ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ। ਮੈਂ ਹਾਂ ਰਮਨਦੀਪ ਸਿੰਘ ਸੋਢੀ। ਬੀਤੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਪੰਜਾਬ ਆਉਂਦੇ ਨੇ। ਪੰਜਾਬ ਦੇ ਵਿੱਚ ਜਿੱਥੇ ਕਿਸਾਨ ਜਥੇਬੰਦੀਆਂ ਉਹਨਾਂ ਦਾ ਵਿਰੋਧ ਕਰਦੀਆਂ ਨੇ ਤੇ ਉਸ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਕੁਤਾਹੀ ਵਰਤੀ ਗਈ। ਖਾਸ ਤੌਰ ਤੇ ਵਾਪਸੀ ਜਾਂਦੇ ਸਮੇਂ ਇਹ ਖਬਰ ਵੀ ਸਾਹਮਣੇ ਆਉਂਦੀ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਇੱਕ ਪੁਲਿਸ ਅਫਸਰ ਨੂੰ ਬਕਾਇਦਾ ਕਹਿ ਕੇ ਜਾਂਦੇ ਨੇ ਕਿ ਤੁਸੀਂ ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰ ਦਿਓ ਕਿ ਮੈਂ ਆਪਣੀ ਜਾਨ ਬਚਾ ਕੇ ਚੱਲਿਆ ਹਾਂ। ਉਸ ਉਪਰੰਤ ਉਹ ਵਾਪਸ ਜਾਂਦੇ ਨੇ। ਐਕਸਪੈਕਟ ਕੀਤਾ ਜਾ ਰਿਹਾ ਸੀਗਾ ਕਿ ਪੰਜਾਬ ਦੇ ਪ੍ਰਤੀ ਖਾਸ ਤੌਰ ਤੇ ਜਿਹੜਾ ਗੁੱਸਾ ਹੈ ਉਹ ਬਹੁਤ ਵੱਡੇ ਪੱਧਰ ਤੇ ਰਹੇਗਾ, ਪਰ ਪ੍ਰਧਾਨ ਮੰਤਰੀ ਵਾਪਸ ਪਰਤਦੇ ਨੇ ਤੇ ਉੱਥੇ ਜਾ ਕੇ ਫਿਰ ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਆਉਂਦਾ ਤੇ ਉੱਥੇ ਇੱਕ ਨਵਾਂ ਐਲਾਨ ਜਿਹੜਾ ਉਹ ਕਿ ਭਾਰਤ ਸਰਕਾਰ ਕਰਦੀ ਹੈ, ਖਾਸ ਤੌਰ ਤੇ ਪ੍ਰਧਾਨ ਮੰਤਰੀ ਦੀ ਜ਼ੁਬਾਨੀ, ਕਿ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਦਿਵਸ ਹੈਗਾ, ਜਿਹੜਾ 26 ਦਸੰਬਰ ਹੈ, ਉਸ ਨੂੰ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਵੇਗਾ। ਜਿਵੇਂ ਹੀ ਇਹ ਐਲਾਨ ਸਾਹਮਣੇ ਆਉਂਦਾ ਤਾਂ ਪੰਜਾਬ ਦੇ ਅੰਦਰ ਸਿੱਖ ਸਮਾਜ ਦੇ ਅੰਦਰ ਵੱਖਰੇ ਵੱਖਰੇ ਪ੍ਰਤੀਕਰਮ ਸਾਹਮਣੇ ਆਉਂਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਹਿੰਦੇ ਨੇ ਕਿ ਗਲਤ ਹੋਇਆ। ਜਥੇਦਾਰ ਕਹਿੰਦੇ ਨੇ ਸਵਾਗਤ ਕਰਦੇ ਹਾਂ ਪਰ ਨਾਮ ਬਦਲਣਾ ਚਾਹੀਦਾ। ਹਰਨਾਮ ਸਿੰਘ ਧੂਮਾ ਕਹਿੰਦੇ ਨੇ ਕਿ ਬਹੁਤ ਸ਼ਾਨਦਾਰ ਫੈਸਲਾ ਹੈ। ਦਾਦੂਵਾਲ ਵੀ ਇਸ ਦੇ ਸਮਰਥਨ ਵਿੱਚ ਆਉਂਦੇ ਨੇ। ਤਾਂ ਕਹਿਣ ਦਾ ਭਾਵ ਇਹ ਹੈ ਕਿ ਇਸ ਮਸਲੇ ਤੇ ਵੀ ਵੱਡਾ ਬਵਾਲ ਖੜਾ ਹੋ ਜਾਂਦਾ। ਬੀਜੇਪੀ ਬਾਰੇ ਅਕਸਰ ਬਹੁ ਗਿਣਤੀ ਸਿੱਖਾਂ ਦੇ ਅੰਦਰ ਇਹ ਚਰਚਾ ਕੀਤੀ ਜਾਂਦੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਬੀਜੇਪੀ ਦੇ ਅੰਦਰ ਸਿੱਖਾਂ ਦੇ ਪ੍ਰਤੀ ਉਹ ਪਿਆਰ ਦੀ ਭਾਵਨਾ ਨਹੀਂ ਹੈ ਜਿਹੜੀ ਕਿ ਹੋਣੀ ਚਾਹੀਦੀ ਹੈ। ਇਸ ਤੌਰ ਦੇ ਅੰਦਰ ਫਿਰ ਜਿਹੜੀ ਸਿੱਖ ਸ਼ਖਸੀਅਤ ਇਸ ਵਕਤ ਸਾਡੇ ਨਾਲ ਮੌਜੂਦ ਹੈ, ਜਿਹੜੇ ਕਿ ਸਾਬਕਾ MP ਵੀ ਨੇ ਔਰ ਮਿਨੋਰਟੀਜ਼ ਕਮਿਸ਼ਨ ਦੇ ਸਾਬਕਾ ਚੇਅਰਮੈਨ ਵੀ ਹੈਗੇ ਨੇ ਔਰ ਸਿੱਖਾਂ ਦੇ ਮਸਲਿਆਂ ਨੂੰ ਬੜੇ ਵੱਡੇ ਪੱਧਰ ਤੇ ਇਹਨਾਂ ਨੇ ਉਜਾਗਰ ਕੀਤਾ। ਮੈਂ ਗੱਲ ਕਰ ਰਿਹਾ ਸਰਦਾਰ ਤਰਲੋਚਨ ਸਿੰਘ ਹੋਰਾਂ ਦੀ, ਜਿਹੜੇ ਕਿ ਇਸ ਵਕਤ ਸਾਡੇ ਨਾਲ ਚੰਡੀਗੜ੍ਹ ਤੋਂ ਲਾਈਵ ਜੁੜ ਚੁੱਕੇ ਨੇ। ਇਹਨਾਂ ਦਾ ਪ੍ਰਤੀਕਰਮ ਅਸੀਂ ਜਾਣਾਂਗੇ ਕਿ ਇਹਨਾਂ तमाम ਮਸਲਿਆਂ ਨੂੰ ਸਰਦਾਰ ਤਰਲੋਚਨ ਸਿੰਘ ਕਿਵੇਂ ਵੇਖਦੇ ਨੇ। ਸਰ, ਬਹੁਤ ਬਹੁਤ ਸਵਾਗਤ ਤੁਹਾਡਾ ਜਗਬਾਣੀ ਤੇ। ਸੋਢੀ ਸਾਹਿਬ ਸ਼ੁਕਰੀਆ, ਸਤਿ ਸ੍ਰੀ ਅਕਾਲ। ਬਹੁਤ ਤੁਹਾਡਾ ਸ਼ੁਕਰੀਆ ਕਿ ਇਸ ਕਰਕੇ ਕਿ ਤੁਹਾਡੀ ਚੈਨਲ ਇਸ ਵੇਲੇ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਾਈਡ ਆਲ ਓਵਰ ਦੀ ਵਰਲਡ ਤੁਸੀਂ ਪਪੂਲਰ ਹੋ, ਔਰ ਜਿਹੜਾ ਤੁਸੀਂ ਸਬਜੈਕਟ ਲੈ ਰਹੇ ਹੋ ਮੈਂ ਸਮਝਦਾ ਇਹਦੀ ਲੋੜ ਹੈ ਕਿ ਵੀ ਸ਼ੁੱਡ ਐਜੂਕੇਟ ਪੀਪਲ, ਤਾਂ ਕਿ ਲੋਕ ਸਾਡੇ ਬੜੀ ਛੇਤੀ ਗਲਤਫਹਿਮੀ ਦਾ ਸ਼ਿਕਾਰ ਹੋ ਕੇ ਕਈ ਗਲਤ ਸੋਚਦੇ ਹਨ। ਪਹਿਲੀ ਗੱਲ ਤੇ ਮੈਂ ਦਿੱਲੀ ਰਹਿੰਦਾ, ਮੈਂ ਬੜੀ ਦੇਰ ਤੋਂ ਸੰਬੰਧ ਹੈ ਮੇਰਾ, ਬੜੇ ਰਾਸ਼ਟਰਪਤੀ ਦੇ ਵਰਤ ਰਿਹਾ ਮੈਂ 5 ਸਾਲ, ਬੜੇ ਪ੍ਰਧਾਨ ਮੰਤਰੀਆਂ ਨਾਲ ਮੇਰਾ ذاتی ਤਲਕ ਵੀ ਰਿਹਾ, ਸਭ ਕੁਝ ਮੈਂ ਜਾਣਦਾ ਹੋਇਆ ਔਰ ਸਿੱਖ ਮਿਨੋਰਟੀ ਕਮਿਸ਼ਨ ਸਿੱਖਾਂ ਦਾ ਨੁਮਾਇੰਦਾ। ਸੋ ਮੈਂ ਇਹ ਸਮਝਦਾ ਕਿ ਜਿਹੜੀ ਮੋਦੀ ਜੀ ਸੰਬੰਧੀ ਸਾਡੀ ਭਾਵਨਾ ਹੈ ਉਹ ਹਮੇਸ਼ਾ ਗੁੱਡਵਿਲ ਦੀ ਰਹੀ ਹੈ। ਔਰ ਜਦ ਦੇ ਇਹ ਪ੍ਰਧਾਨ ਮੰਤਰੀ ਆਏ, ਮਾਈ ਓਨ ਪਰਸਨਲ ਜਜਮੈਂਟ, ਇਹਨਾਂ ਨੇ ਸ਼ੁਰੂ ਤੋਂ ਹੀ ਸਿੱਖਾਂ ਨਾਲ ਤੇ ਪੰਜਾਬੀਆਂ ਨਾਲ ਬੜਾ ਸਨੇਹ ਜੋੜਿਆ। ਔਰ ਉਹਦੇ ਕਈ ਰੀਜ਼ਨ, ਇੱਕ ਤੇ ਉਹ ਪੰਜਾਬ ਰਹੇ, ਜਦੋਂ ਪ੍ਰਭਾਰੀ ਰਹੇ, ਹਰਿਆਣੇ ਰਹੇ, ਹਰਿਆਣੇ ਜਦੋਂ ਪ੍ਰਭਾਰੀ ਸਨ ਮੇਰੇ ਨਾਲ ਬੜਾ ਸੰਬੰਧ ਸੀ ਕਿਉਂਕਿ ਮੈਂ ਹਰਿਆਣੇ ਤੋਂ ਹੀ MP ਰਿਹਾ। ਸੋ ਮੈਂ ਉਹਨਾਂ ਨੂੰ ਸ਼ੁਰੂ ਤੋਂ ਹੀ ਇੱਕ ਬੜੇ ਹੀ ਦਿਲੋਂ ਡੈਡੀਕੇਟਿਡ ਟੂਵਰਡ ਸਿੱਖੀਜ਼ਮ ਦੇਖਿਆ। ਦੇਖੋ ਜਦ ਤੋਂ ਆਏ ਛੋਟੀ ਸਾਹਿਬ ਕਦੀ ਅਸੀਂ ਸੋਚਦੇ ਨਹੀਂ, ਜਿਵੇਂ ਤੁਸੀਂ ਸ਼ੁਰੂ ਕੀਤੀ ਗੱਲ ਵੀ ਜਦ ਵਾਪਸ ਗਏ ਦੁਖੀ ਹੋ ਕੇ ਪੰਜਾਬ ਤੋਂ, ਹਾਲਾਂਕਿ ਪੰਜਾਬ ਕੁਝ ਦੇਣ ਆਏ ਸੀ, ਲੈਣ ਨਹੀਂ ਅਸੀਂ ਆਏ ਕਿ ਗਲਤੀਆਂ ਦੂਰ ਕਰ ਲਓ। ਉਹਨਾਂ ਨੇ ਆਪ ਕਿਹਾ ਕਿ ਮੈਂ ਭਗਤ ਸਿੰਘ ਜੀ ਦੀ ਸਮਾਧ ਤੇ ਜਾਣਾ, ਇਸ ਲਈ ਫਿਰੋਜ਼ਪੁਰ ਚੁਣਿਆ ਕਿ ਹੀ ਵਾਂਟਡ ਕਿ ਟੂ ਪੇ ਰਿਸਪੈਕਟ ਟੂ ਭਗਤ ਸਿੰਘ ਸਮਾਧ, ਤੇ ਉੱਥੋਂ ਸ਼ਾਇਦ ਐਲਾਨ ਕਰਨਾ ਸੀ ਕਿ ਚੰਡੀਗੜ੍ਹ ਦਾ ਜਿਹੜਾ 에ਅਰਪੋਰਟ ਹੈ ਇਹ ਭਗਤ ਸਿੰਘ ਜੀ ਦੇ ਸ਼ਹੀਦ ਦੇ ਨਾਂ ਤੇ ਹੋਏਗਾ। ਸੋ ਦੈਟ ਵਾਸ ਦੀ ਭਾਵਨਾ, ਵਾਈ ਹੀ ਸਿਲੈਕਟਡ ਦੈਟ, ਨੰਬਰ 1। ਨੰਬਰ 2, ਬੜੀਆਂ ਇਸ ਬਾਰੇ ਚਰਚਾ ਹੋ ਰਹੀਆਂ ਕਿ ਉਹਨਾਂ ਨੇ ਕੀ ਦੇਣਾ ਸੀ ਸਾਨੂੰ, ਪਰ ਮੈਂ ਸਮਝਦਾ ਸਾਡੀ ਆਪਣੀ ਗਲਤੀ ਨਾਲ ਉਹ ਵਾਪਸ ਆਏ, ਪਰ ਵਾਪਸ ਜੋ ਉਹਨਾਂ ਨੇ ਦੇਣਾ ਸੀ ਹੁਣ ਦੇ ਨਹੀਂ ਸਕਦੇ ਕਿ ਉਹ ਕੋਡ ਲੱਗ ਗਿਆ। ਪਰ ਵਾਪਸ ਜਾ ਕੇ ਬਜਾਏ ਦੁਖੀ ਹੋਣ ਦੇ, ਮੈਂ ਤਾਂ ਸਮਝਦਾ ਕਿ ਵਿਦਿਨ 2-3 ਡੇਜ਼ ਮਹਾਰਾਜ ਸੱਚੇ ਪਾਤਸ਼ਾਹ 10ਵੇਂ ਦਾ ਗੁਰਪੁਰਬ ਆ ਗਿਆ ਔਰ ਕਿੰਨੀ ਵੱਡੀ ਅਨਾਉਂਸਮੈਂਟ ਕਰਤੀ। ਦੇਖੋ ਥੋੜੀ ਜੀ, ਮੈਂ ਪਿਛਲੇ 70-75 ਸਾਲ ਨੂੰ ਸਿੱਖ ਪੋਲਿਟਿਕਸ ਜਾਣਦਾ ਜੀ। ਇਸ 75 ਸਾਲ ਵਿੱਚ ਪਹਿਲੀ ਵਾਰ ਭਾਰਤ ਸਰਕਾਰ ਨੇ ਅਫੀਸ਼ੀਅਲੀ ਕਿਸੇ ਸਿੱਖ ਵੱਡੀ ਇਤਿਹਾਸ ਨੂੰ ਯਾਦ ਕੀਤਾ ਔਰ ਉਹਦੀ ਪਰੰਪਰਾ ਪਰਮਾਨੈਂਟ ਬਣਾਉਣ ਦਾ ਕੀਤਾ। ਇਹ ਹੈ ਭਾਵਨਾ। ਦੇਖੋ ਸਾਡਾ ਇਤਿਹਾਸ ਬਹੁਤ ਸ਼ਹੀਦਾਂ ਦਾ ਹੈ, ਅਸੀਂ ਦੇਸ਼ ਲਈ ਕੁਰਬਾਨੀਆਂ ਕੀਤੀਆਂ, ਅਸੀਂ ਪਾਕਿਸਤਾਨ ਛੱਡ ਕੇ ਆਏ, ਸਭ ਕੁਝ ਕੀਤਾ, ਲੇਕਿਨ ਸਾਡੀ ਕਦਰ ਨਹੀਂ ਪਈ। ਕਦਰ ਪਹਿਲੀ ਵਾਰੀ ਇਸ ਕਰਕੇ ਪਈ ਕਿ ਦੇਖੋ ਭਾਰਤ ਦੇ ਜਿਹੜੇ ਨੈਸ਼ਨਲ ਡੇ ਕਿਹੜੇ, ਰਿਪਬਲਿਕ ਡੇ, ਇੰਡੀਪੈਂਡੈਂਸ ਡੇ, ਮਹਾਤਮਾ ਗਾਂਧੀ ਬਰਥ ਡੇ, ਇੱਕ ਚਿਲਡਰਨ ਡੇ ਹੈ ਜਿਹੜਾ ਨਹਿਰੂ ਨਾਲ ਹੈ, ਇੱਕ ਟੀਚਰ ਡੇ ਹੈ ਜਿਹੜਾ ਰਾਧਾ ਕ੍ਰਿਸ਼ਨ ਜੀ ਦੀ ਰਾਸ਼ਟਰਪਤੀ ਨਾਲ ਹੈ। ਸੋ ਇਹ ਇੱਕ ਨਵਾਂ ਡੇ ਅਲਾਟ ਹੋਇਆ, ਉਹ ਹੈ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ। ਸੋ ਇਸ ਤੋਂ ਵੱਡੀ ਸਾਡੇ ਲਈ ਕੌਣ ਕੀ ਦੇ ਸਕਦਾ। ਮੈਂ ਸਮਝਦਾ ਕਿ ਸਾਨੂੰ ਸਾਰੀ ਕੌਮ ਨੂੰ, ਸਾਨੂੰ ਸਿੱਖਾਂ ਨੂੰ ਨਹੀਂ, ਆਲ ਦੀ ਪੀਪਲ ਜਿਹੜੇ ਕਿ ਸ਼ਹਾਦਤ ਨੂੰ ਰਿਸਪੈਕਟ ਕਰਦੇ ਹਨ ਵਰਲਡ ਵਾਈਡ,
ਉਹ ਮੋਦੀ ਜੀ ਦਾ, ਭਾਰਤ ਸਰਕਾਰ ਦਾ ਸ਼ੁਕਰੀਆ ਕਰਦੇ ਕਿ ਤੁਸੀਂ ਪਹਿਲੀ ਵਾਰ ਇਹ ਕੀਤਾ। ਸਾਡਾ ਕੀ ਆਦਤ ਹੈ ਕਿ ਦੁੱਧ ਚ ਮੇਗਣਾ ਪਾਉਂਦੇ ਆ ਬਈ। ਮੈਨੂੰ ਇਹ ਸਮਝ ਨਹੀਂ ਆਈ ਭਰਾਵੋ ਛੋਟੀ ਜੀ। ਹੁਣ ਅਸੀਂ ਕਹਿੰਦੇ ਹਾਂ ਜਨਮ ਅਸ਼ਟਮੀ, ਉਹਦੇ ਕਿੱਥੇ ਕ੍ਰਿਸ਼ਨ ਮਹਾਰਾਜ ਦਾ ਨਾਂ ਹੈ? ਉਹ ਕ੍ਰਿਸ਼ਨ ਜੀ ਦੇ ਜਨਮ ਦਾ ਪਰ ਜਨਮ ਅਸ਼ਟਮੀ। ਅਸੀਂ ਦੁਸਹਿਰਾ ਕਹਿੰਦੇ ਹਾਂ, ਉਹ ਰਾਮ ਜੀ ਦੀ ਰਾਵਣ ਤੇ ਜਿੱਤ ਹੈ, ਕੋਈ ਨਾਂ ਵਿੱਚ ਹੈ। ਜਿਹੜੇ ਡੇਜ਼ ਹੁੰਦੇ ਨਾ, ਗੁੱਡ ਫਰਾਈਡੇ ਹੈ, ਉਹ ਕ੍ਰਾਈਸਟ ਦਾ ਮੁੜ ਕੇ ਜਨਮ ਨੂੰ ਗੁੱਡ ਫਰਾਈਡੇ ਕਿਹਾ ਜਾਂਦਾ। ਜਿਹੜੇ ਨਾਵਾਂ ਨਾਲ ਦੇਖੋ, ਨਹਿਰੂ ਬਹੁਤ ਵੱਡਾ ਹੈ, ਚਿਲਡਰਨ ਡੇ ਨਾਲ ਸੰਬੰਧਿਤ ਹੈ। ਰਾਧਾ ਕ੍ਰਿਸ਼ਨ ਦਾ ਨਾਂ ਹੈ ਨਹੀਂ, ਅਸੀਂ ਟੀਚਰ ਡੇ ਮਨਾਉਂਦੇ ਹਾਂ। ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਹੈ, ਇਹ ਬੜੀ ਦੇਰ ਤੋਂ ਮੰਗ ਸੀ ਸਾਡੀ ਕਿ ਚਿਲਡਰਨ ਡੇ ਜਿਹੜਾ ਹੈ ਉਹ ਸਾਹਿਬਜ਼ਾਦਿਆਂ ਨਾਲ ਜੋੜਿਆ ਜਾਵੇ, ਪੰਡਤ ਜੀ ਨਾਲ ਨਹੀਂ ਜੁੜਦਾ। ਇਸ ਗੱਲ ਦੀ ਮੰਗ ਸੀ, ਪਰ ਮੋਦੀ ਜੀ ਨੇ ਕਿਹਾ ਕਿ ਮੈਂ ਪੰਡਤ ਜੀ ਦਾ ਨਾਂ ਹਟਾ ਨਹੀਂ ਸਕਦਾ, ਇਹ ਪੋਲੀਟੀਕਲ ਬਣ ਜਾਏਗਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਨਵਾਂ ਡੇ ਕਰਦੇ ਆ। ਅਬ ਨਵਾਂ ਡੇ ਨਹੀਂ, ਚਿਲਡਰਨ ਨਾਲ ਕੋਈ ਜੋੜਨਾ ਸੀ ਤੇ ਉਹ ਉਹਨਾਂ ਨੇ ਕਿਹਾ ਜੀ ਕੁਰਬਾਨੀ ਨਾਲ ਜੋੜਤਾ, ਵੈਲਰ ਨਾਲ ਜੋੜਤਾ, ਵੀਰਤਾ। ਦੇਖੋ ਬੱਚਿਆਂ ਸਾਡੇ ਸਾਹਿਬਜ਼ਾਦਿਆਂ ਦੀ ਵੀਰਤਾ ਜਾਂ ਬਹਾਦਰੀ ਵਰਲਡ 'ਚ ਕੋਈ ਮਿਸਾਲ ਨਹੀਂ ਕਿ ਇੰਨੀ ਛੋਟੀ ਉਮਰ। ਸਭ ਜਿਹੜੇ ਇਤਰਾਜ਼ ਉੱਠ ਰਹੇ ਨੇ ਕਿ ਉਹ ਤਾਂ ਸਾਡੇ ਬਾਬੇ ਹੋਏ ਨੇ, ਉਹ ਤਾਂ ਸ਼ਹੀਦ ਹੋਏ ਨੇ, ਬਹੁਤ ਵੱਡੀ ਸ਼ਹਾਦਤ ਹੈ। ਸ਼ਹਾਦਤ ਨੂੰ ਤੁਸੀਂ ਬਾਲ ਕਿਵੇਂ ਕਹਿ ਸਕਦੇ ਹੋ? ਵੀਰ ਬਾਲ ਦਿਵਸ ਕਿਵੇਂ ਕਹਿ ਸਕਦੇ ਹੋ? ਤੁਹਾਨੂੰ ਲੱਗਦਾ ਨਹੀਂ ਹੈ ਕਿ ਰਾਬਤੇ 'ਚ ਕਮੀ ਰਹਿ ਗਈ ਹੈ? ਕ੍ਰੈਡਿਟ ਵਾਰ ਦੇ ਚੱਕਰ 'ਚ ਨਾ ਜਥੇਦਾਰ ਸਾਹਿਬ ਨਾਲ ਡਿਸਕਸ ਕੀਤਾ ਗਿਆ, ਨਾ SGPC ਦੇ ਨਾਲ। ਜੇ ਡਿਸਕਸ ਹੋ ਵੀ ਜਾਂਦਾ ਤੇ ਇਹਦੇ 'ਚ ਮਸਲਾ ਤਾਂ ਕੋਈ ਵੱਡਾ ਨਹੀਂ ਸੀਗਾ। ਦੇਖੋ ਗੱਲ ਇਹ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਬਿਆਨ ਦੇਣ ਤੋਂ ਪਹਿਲਾਂ ਦੇਖੋ, ਜਿਹੜਾ ਕੋਈ ਡੇ ਅਨਾਉਂਸ ਹੁੰਦਾ ਨਾ, ਉਹ ਗਜ਼ਟ ਹੁੰਦਾ। ਛੋਟੀ ਜੀ ਗਜ਼ਟ ਗਵਰਨਮੈਂਟ ਹੋਮ ਮਿਨਿਸਟਰੀ ਨੋਟੀਫਿਕੇਸ਼ਨ ਕੱਢਦੀ ਹੈ। ਜਿਹੜਾ ਉਹ ਨੋਟੀਫਿਕੇਸ਼ਨ ਮੈਂ ਕਹਿੰਦਾ ਪੜਿਆ ਹੀ ਨਹੀਂ, ਪਰ ਇਹ ਧਾਰਮਿਕ ਮਸਲਾ ਹੈ। ਧਾਰਮਿਕ ਮਸਲੇ ਤੇ ਤੁਹਾਨੂੰ ਲੱਗਦਾ ਨਹੀਂ ਹੈ ਕਿ BJP ਨੂੰ ਜੇ ਸਿੱਖਾਂ ਦੇ ਲਈ ਕੁਝ ਕਰਨ ਜਾ ਰਹੀ ਹੈ ਤਾਂ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਨਾਲ ਡਾਇਲੌਗ ਕਰ ਲਿਆ ਜਾਂਦਾ? ਮੈਂ ਕਿਹਾ ਕਰ ਲਿਆ ਜਾਂਦਾ, ਕੋਈ ਹਰਜ ਨਹੀਂ, ਲੇਕਿਨ ਜੋ ਕੀਤਾ ਸੀ ਗਲਤ ਹੈ ਹੀ ਨਹੀਂ। ਸਵਾਲ ਹੈ ਕਿ ਅਸੀਂ ਗਲਤ ਆਪ ਬਣਾ ਰਹੇ ਹਾਂ, ਅਸੀਂ ਚੰਗੀ ਗੱਲ ਨੂੰ ਆਪ ਤੁਹਾਡੇ ਮੁਤਾਬਕ ਗਲਤ ਕਿਉਂ ਨਹੀਂ ਹੈ? ਗਲਤ ਦੇ ਇਤਰਾਜ਼ ਇਹ ਨੇ, ਪਹਿਲਾ ਇਤਰਾਜ਼ ਇਹ ਹੈ ਕਿ ਉਹਨਾਂ ਨੂੰ ਬਾਲ ਕਿਵੇਂ ਕਹਿ ਸਕਦੇ? ਕਹਿੰਦੇ ਨੇ ਕਿ ਉਹ ਤਾਂ ਬਾਬੇ ਹੋਏ ਨੇ ਸਾਡੇ ਲਈ, ਸਾਲ ਪਹਿਲਾਂ ਉਹ ਗੱਲਾਂ ਹੋਈਆਂ ਨੇ ਤੇ ਅਸੀਂ ਅੱਜ ਬਾਲ ਕਹਿ ਕੇ ਕਿਵੇਂ ਸੰਬੋਧਨ ਕਰ ਸਕਦੇ ਹਾਂ? ਇਹ ਇਤਰਾਜ਼ ਤੁਸੀਂ ਵੀ ਸਿੱਖੋ, ਮੈਂ ਵੀ ਸਿੱਖ। ਜਿਹੜਾ ਇਹ ਬਾਬਾ ਹੈ ਨਾ, ਇਹ ਇੱਕ ਰਿਸਪੈਕਟਫੁਲ ਨਾਂ ਹੈ। ਜਿੰਨੇ ਬੇਦੀ ਸੋਢੀ ਫਰਮਾਨ ਦੋਸਤ ਮੇਰੇ ਯਾਦ ਹੈ, ਉਹਨਾਂ ਸਭ ਦੇ ਬੱਚਿਆਂ ਨੂੰ ਬਾਬਾ ਕਹਿੰਦੇ ਨੇ ਘਰਾਂ 'ਚ। ਈਵਨ ਹੋਰ ਬੜੇ ਲੋਕਾਂ ਦੇ ਘਰਾਂ 'ਚ ਬੱਚਿਆਂ ਨੂੰ ਬਾਬਾ ਕਹਿੰਦੇ। ਲੇਕਿਨ ਜਿਹੜੀ ਸਾਡੀ ਹਿਸਟਰੀ ਹੈ, ਅਸੀਂ ਉਹਨੂੰ ਕਦੀ ਗਲਤ ਕਹਿ ਸਕਦੇ ਹਾਂ? ਸਾਡੀ ਹਿਸਟਰੀ ਇਹ ਹੈ ਜਿਹੜੀ ਅਸੀਂ 300 ਸਾਲ ਤੋਂ ਪ੍ਰਚਾਰ ਰਹੇ ਹਾਂ ਕਿ ਛੋਟੀ ਉਮਰ ਵਿੱਚ 7 ਔਰ 9 ਸਾਲ ਇਹ ਸ਼ਹਾਦਤ ਹੋਈ। ਦੱਸੋ ਵਰਲਡ ਵਾਈਡ ਆਪਾਂ ਦਿਨ ਮਨਾ ਰਹੇ ਹਾਂ, ਸਿੱਖਾਂ ਲਈ ਨਹੀਂ, ਸਾਰੇ ਇੰਡੀਆ ਲਈ। ਬਈ 7-9 ਸਾਲ ਨੂੰ ਲੋਕ ਚਿਲਡਰਨ ਨਹੀਂ ਕਹਿਣਗੇ ਤੇ ਕੀ ਕਹਿਣਗੇ? ਜਿਹੜੀ ਉਹ ਰਿਸਪੈਕਟ ਹੈ ਉਹ ਹੁਣ ਹੋਣੀ ਹੈ। ਅਸੀਂ ਇਹ ਤੇ ਮੈਂ ਕਹਿਣ ਚ ਲੱਗਿਆ ਬਈ ਖਾਲੀ ਹੁਣ ਚਿਲਡਰਨ ਡੇ ਡਿਕਲੇਅਰ ਹੋਇਆ, ਜੋ ਨਾਲ ਉਹ ਪੜੋ ਕੀ ਲਿਖਿਆ ਗਿਆ। ਲਿਖਿਆ ਗਿਆ ਕਿ ਇਹ ਦਿਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਣ ਹੈ ਔਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਾਸਾਨੀ ਹੈ ਜਿਹੜੀ ਦੁਨੀਆ 'ਚ ਨਹੀਂ ਹੋਈ। ਇਹ ਨਾਲ ਲਿਖਿਆ ਗਿਆ। ਇਟ ਮੀਨ ਜਦੋਂ ਇਹ 26 ਦਸੰਬਰ ਸੋਮਵਾਰ ਆਏਗੀ ਇਸ ਸਾਲ, ਉਸ ਦਿਨ ਜਿਹੜਾ ਸਰਕਾਰ ਕਰੇਗੀ ਉਹਦੇ ਲਈ ਆਪ ਵਰਣਨ ਚਾਹੀਦਾ ਸੀ ਸ਼੍ਰੋਮਣੀ ਕਮੇਟੀ ਨੂੰ। ਪਹਿਲਾਂ ਉਹ ਪੜ੍ਹ ਕੇ ਫਿਰ ਜਦੋਂ ਇਹ ਹੋਣਾ ਫਿਰ ਕਹਿੰਦੇ ਜੀ ਸਾਡੀ ਇਹ ਰਾਏ ਹੈ ਕਿ ਇਹ ਦਿਨ ਇਸ ਤਰ੍ਹਾਂ ਮਨਾਓ। ਦਿਨ ਦੇ ਨਾਂ ਨਾਲ ਕੋਈ ਫਰਕ ਨਹੀਂ ਪੈਂਦਾ। ਛੋਟੀ ਜੀ ਜੇ ਨਾਂ ਇਹ ਹੁੰਦਾ ਸਾਹਿਬਜ਼ਾਦਾ, ਫਿਰ ਲੋਕਾਂ ਨੂੰ ਪਤਾ ਨਹੀਂ ਲੱਗਣਾ ਸੀ ਕੀ ਹੈ। ਅਸੀਂ ਸਿੱਖਾਂ ਦੀ ਕੀ ਹੈ, ਮਾਫ ਕਰਿਓ, ਸਾਡੀ ਜੋ ਕੁਰਬਾਨੀ ਜੋ ਇਤਿਹਾਸ ਹੈ ਅਸੀਂ ਆਪਣੇ ਤੱਕ ਸੀਮਤ ਰੱਖਿਆ, ਆਪਣੇ ਘਰੋਂ ਬਾਹਰ ਨਹੀਂ ਕੱਢਦੇ। ਹੁਣ ਇਹ ਪਹਿਲੀ ਵਾਰ ਸਾਰੇ ਇੰਡੀਆ ਨੂੰ ਜਾ ਰਿਹਾ ਤੇ ਇੰਡੀਆ ਦੇ ਲੋਕਾਂ ਨੂੰ ਜਾਣਕਾਰੀ ਕਿਵੇਂ ਹੋਏਗੀ ਕਿ ਜਿਹੜੇ ਸਾਰੇ ਇੰਡੀਆ ਦੇ ਚਿਲਡਰਨ ਉਹ ਕਹਿਣਗੇ ਸਰਦਾਰ ਸਾਹਿਬ ਜੇ ਉਹਨਾਂ ਦੀ ਮਨਸ਼ਾ ਠੀਕ ਹੈ, ਜੇ ਭਾਰਤ ਸਰਕਾਰ ਦੀਆਂ ਪ੍ਰਧਾਨ ਮੰਤਰੀ ਮੋਦੀ ਦੀ ਸੱਚਮੁੱਚ ਇੰਨੀ ਸ਼ਰਧਾ ਜਾਂ ਮਨਸ਼ਾ ਹੈ, ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਫਿਰ SGPC ਦੇ ਜਿਹੜੇ ਸੁਝਾਅ ਨੇ ਉਹ ਮੰਨ ਲੈਣੇ ਚਾਹੀਦੇ ਜਾਂ ਮੰਨਣਗੇ? ਨਹੀਂ, ਦੇਖੋ ਨਾਂ ਡਿਕਲੇਅਰ ਹੋ ਚੁੱਕਾ। ਮੈਂ ਨਹੀਂ ਕੋਈ ਕਹਿੰਦਾ ਕਿ ਮੈਂ ਉਹਨੂੰ ਰੁਕਾਵਟ ਪਾਉਣਾ ਚਾਹੁੰਦਾ, ਲੇਕਿਨ ਮੈਂ ਜੋ ਕਹਿਣਾ ਚਾਹੁੰਦਾ ਜੋ ਹੋਇਆ ਸਾਰੀ ਸਿੱਖ ਕੌਮ ਨੇ ਐਪਰੀਸ਼ੀਏਟ ਕੀਤਾ। ਮੈਨੂੰ ਇੰਨੀਆਂ ਮੇਲਾਂ ਸੋਢੀ ਸਾਹਿਬ ਆਈਆਂ ਦੁਨੀਆ ਭਰ ਚੋਂ, ਮੈਂ ਬੜਾ ਕੰਟੈਕਟ ਹੈ ਮੇਰਾ ਲੋਕਾਂ ਦਾ। ਇਟ ਇਜ਼ 99% ਸਿੱਖ ਖੁਸ਼ ਹੈ। ਇਹ ਸਾਡੇ ਚ ਲੀਡਰ ਕੋਈ ਮੋਟਿਵ ਹੈ ਕੀ ਨਹੀਂ ਮੈਨੂੰ ਨਹੀਂ ਪਤਾ। ਮੇਰੀ ਦੂਜੀ ਇੱਕ ਹੋਰ ਤੁਹਾਡੇ ਰਾਹੀਂ ਬੇਨਤੀ ਹੈ, ਜਦ ਤੱਕ ਅਕਾਲ ਤਖਤ ਸਾਡੀ ਹਾਈਐਸਟ ਅਥਾਰਟੀ ਹੈ, ਹਾਈਐਸਟ ਜਿਹਦੀ ਰਿਸਪੈਕਟ ਸਾਰੀ ਦੁਨੀਆ ਦਾ ਸਿੱਖ ਕਰਦਾ, ਇਹ ਐਪੀਲੇਟ ਕੋਰਟ ਹੈ। ਇਸ ਕਰਕੇ ਇਹਨਾਂ ਨੂੰ ਯਕਲਖ ਬਿਆਨ ਦੇਣ ਲੱਗਿਆ, ਪਹਿਲਾਂ ਸਟੱਡੀ ਕਰਕੇ ਫਿਰ ਆਪਣੇ ਕੋਲ ਕਹਿੰਦਾ ਮੈਂ ਸਾਨੂੰ ਮੈਨੂੰ ਦੱਸੋ। ਆਊਟਰਾਈਟ ਕੋਈ ਗੱਲ ਕਹਿਣ ਤੋਂ ਪਹਿਲਾਂ ਉਹਨੂੰ ਪਹਿਲਾਂ ਕੋਖੋ। ਮੇਰੇ ਖਿਆਲ ਵਿੱਚ ਇਸ ਵੇਲੇ ਜੋ ਦਿੱਲੀ ਐਕਸ-ਮੈਸਟਰ ਸਿੱਖ ਰਹਿੰਦੇ ਨੇ, ਜੱਜਸ ਰਹਿੰਦੇ ਨੇ, ਜਿੰਨੇ ਸਿੱਖ ਦਿੱਲੀ 'ਚ ਬੈਠੇ ਉਹਨਾਂ ਸਾਰਿਆਂ ਨੇ ਇਹਨੂੰ ਐਪਰੀਸ਼ੀਏਟ ਕੀਤਾ। ਕਿਸੇ ਨੇ ਨਹੀਂ ਕਿਹਾ ਕਿ ਬਦਲੋ। ਇਸ ਕਰਕੇ ਮੈਂ ਕਹਿੰਦਾ ਕਿ ਇਸ ਗੱਲ ਨੂੰ ਅਸੀਂ ਕੰਟਰੋਵਰਸੀ ਪਾ ਕੇ ਉਲਟਾ ਨੁਕਸਾਨ ਆਪਣਾ ਸੈਲਫ ਗੋਲ ਕਰ ਰਹੇ ਹਾਂ। ਇਹਦੀ ਲੋੜ ਨਹੀਂ। ਦੇਖੋ ਮੋਦੀ ਦੀ ਭਾਵਨਾ ਸਮਝੋ,
ਉਹ ਕਿਉਂ ਡਿਸਟਾਰਟ ਕਰੇਗਾ? ਕੀ ਲੋੜ ਕੀ ਪਈ ਹੈ, ਕਿਸ ਵਾਸਤੇ? ਗੱਲ ਸਮਝੋ, ਮੋਦੀ ਜੀ ਨੇ ਸੋਢੀ ਜੀ 4 ਵਾਰੀ ਹਰ ਸਾਲ 15 ਅਗਸਤ ਨੂੰ ਰਾਸ਼ਟਰਪਤੀ ਦੇ ਨਾਂ ਸੰਦੇਸ਼ ਪ੍ਰਧਾਨ ਮੰਤਰੀ ਦਿੰਦਾ। ਇਹ ਸਾਡੀ 1950 ਤੋਂ ਗੱਲ ਚੱਲੀ ਆ ਰਹੀ ਹੈ। ਮੋਦੀ ਪਹਿਲਾ ਪ੍ਰਧਾਨ ਮੰਤਰੀ ਹੈ ਕਿ ਜਿਹੜਾ ਲਾਲ ਕਿਲੇ ਤੋਂ 4 ਵਾਰੀ ਗੁਰੂ ਮਹਾਰਾਜ ਨੂੰ ਸ਼ਰਧਾਂਜਲੀ ਦਿੱਤਾ। ਕਦੇ ਅੱਜ ਤੱਕ ਕਿਸੇ ਹੋਰ ਪ੍ਰਧਾਨ ਮੰਤਰੀ ਨਹੀਂ। ਕਦੇ ਉਹ ਗੁਰੂ ਤੇਗ ਬਹਾਦਰ ਜੀ ਦਾ ਨਾਮ ਲੈਂਦਾ, ਕਦੇ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੰਦਾ, ਕਦੇ ਗੁਰੂ। ਇਹ ਦੱਸੋ ਹੁਣ ਏਡੀ ਵੱਡੀ ਗੱਲ ਅੱਜ ਤੱਕ ਮੋਦੀ ਜੀ ਕਿਸੇ ਨੇ ਕੀਤੀ? ਸੋ ਕਈ ਗੱਲਾਂ ਉਹਦੀਆਂ ਭਾਵਨਾਵਾਂ ਨਾਲ ਜੁੜੀਆਂ। ਅਸੀਂ ਉਹਨੂੰ ਭਾਵਨਾ ਨੂੰ ਸਮਝੋ। ਇਹ ਨਾਂ ਦੇ ਝਗੜੇ 'ਚ ਪਾ ਕੇ ਕੋਈ ਲੋੜ ਨਹੀਂ ਸੀ। ਜੋ ਡਿਕਲੇਅਰ ਹੋ ਚੁੱਕਾ ਹੈ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਾਡੇ ਪ੍ਰਧਾਨ ਬੜੇ ਲਾਇਕ ਹਨ, ਐਡਵੋਕੇਟ ਹਨ, ਬੜੇ ਮੈਂ ਉਹਦੀ ਰਿਸਪੈਕਟ ਕਰਦਾ। ਇਹਨਾਂ ਨੂੰ ਚਾਹੀਦਾ ਸੀ ਡੈਪੂਟੇਸ਼ਨ ਜਾ ਕੇ, ਜੀ ਸਾਡੀ ਇਹ ਮਨਸ਼ਾ ਹੈ ਕਿ ਤੁਸੀਂ ਇਸ ਨੂੰ ਇਸ ਤਰ੍ਹਾਂ ਮਨਾਓ, ਬਜਾਏ ਇਸ ਦੇ ਕਿ ਅਸੀਂ ਬਿਆਨਬਾਜ਼ੀ ਸ਼ੁਰੂ ਕਰਕੇ ਆਪਣੇ ਆਪ ਨੂੰ ਕੰਟਰੋਵਰਸੀ ਪਾ ਲਿਆ। ਇਹਦੀ ਲੋੜ ਨਹੀਂ ਸੀ। ਤੁਸੀਂ ਤਾਂ ਉਹਦਾ ਥੈਂਕ ਯੂ ਕਰੋ, ਫਿਰ ਜਾ ਕੇ ਕਹੋ ਜੀ ਸਾਡੀ ਇਹ ਮਨਸ਼ਾ ਹੈ, ਤੁਸੀਂ ਤਾਂ ਭਾਰਤ ਦੇ ਰਾਸ਼ਟਰਪਤੀ ਨਾਲ ਵੀ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਿਆ ਹੈ। ਤੁਸੀਂ ਕਾਨੂੰਨੀ ਪ੍ਰਕਿਰਿਆ ਦੱਸ ਸਕਦੇ ਹੋ ਕਿ ਹੁਣ ਕਾਨੂੰਨੀ ਪ੍ਰਕਿਰਿਆ ਕੀ ਹੈ? ਕਿਵੇਂ ਨਾਮ ਰੱਖਿਆ ਜਾਂਦਾ, ਕਿਵੇਂ ਪਾਸ ਹੁੰਦਾ, ਤੇ ਜੇ ਅਮੈਂਡਮੈਂਟ ਕਰਨੀ ਹੋਵੇ ਤਾਂ ਉਹਦਾ ਪ੍ਰੋਸੀਜਰ ਕੀ ਹੁੰਦਾ? ਉਹ ਵੀ ਦੇਖੋ, ਜੋ ਅਮੈਂਡਮੈਂਟਾਂ ਹੁੰਦੀਆਂ ਸਰਕਾਰ ਕਰਦੀ। ਸਭ ਤੋਂ ਵੱਡੀ ਸਰਕਾਰ ਨੇ ਅਮੈਂਡਮੈਂਟ ਕਰਕੇ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਖੁਸ਼ ਕੀਤਾ ਜਦੋਂ ਕਿਸਾਨਾਂ ਦੇ ਮਸਲੇ ਤੇ ਬਿੱਲ ਮੋੜੇ। ਉਹ ਵੀ ਤਾਂ ਪਾਰਲੀਮੈਂਟ ਦੇ ਪਾਸ ਕੀਤੇ ਮੋੜੇ। ਸੋ ਬੜੀ ਵੱਡੀ ਗੱਲ ਹੈ, ਸਰਕਾਰ ਸਭ ਕਰਦੀ ਹੈ। ਪਰ ਗੱਲ ਹਰ ਦੀ ਨਾਲ ਸਾਨੂੰ ਉਸ ਦਾ ਬਾਰੇ ਪਹਿਲਾਂ ਜਸਟੀਫਾਈ ਕਰਨਾ ਪੈਂਦਾ। ਮੈਂ ਸਮਝਦਾ ਕਿ ਇਹ ਜਿਹੜਾ ਨਾਂ ਦੇ ਨਾਲ ਕੰਟਰੋਵਰਸੀ ਜਿਹੜੀ ਹੈ, ਇਹਦੀ ਲੋੜ ਨਹੀਂ। ਅਸੀਂ ਹਿੰਦੁਸਤਾਨ ਦੇ ਲੋਕਾਂ ਨੂੰ ਚਿਲਡਰਨ ਨਾਲ ਜੋੜਨਾ, ਚਿਲਡਰਨ ਨੂੰ ਜੋੜਨਾ। ਮੈਂ ਇੱਕ ਕਿਤਾਬ ਕੱਢੀ ਸੀ ਜਦੋਂ ਮੈਂ ਪਬਲਿਕ ਰਿਲੇਸ਼ਨ ਪੰਜਾਬ ਸੀ, ਮੈਨੂੰ ਯਾਦ ਹੈ 1977, ਚਾਈਲਡ ਹੀਰੋਜ਼ ਆਫ ਪੰਜਾਬ। ਉਹ ਛੋਟੀ ਜੀ ਪਬਲਿਕ ਰਿਲੇਸ਼ਨ ਪੰਜਾਬ ਨੇ ਕੱਢੀ, ਸਰ ਆਤਮਾ ਸਿੰਘ ਮਿਨਿਸਟਰ ਸੀਗੇ। ਉਹਨੂੰ ਯੂਨੈਸਕੋ ਤੋਂ ਅਵਾਰਡ ਮਿਲਿਆ। ਉਹਦੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਹਦੇ ਬਾਬਾ ਅਟਲ ਦੀ ਸ਼ਹਾਦਤ, ਉਹਦੇ 'ਚ ਇਹ ਵੀ ਪ੍ਰੂਵ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ 19 ਸਾਲ 'ਚ ਬਾਦਸ਼ਾਹ ਬਣਦਾ। ਅਸੀਂ ਕਿਹਾ ਵੀ ਸਾਡੇ ਧਰਮ ਵਿੱਚ ਜਾਂ ਪੰਜਾਬ ਵਿੱਚ ਜਿਹੜੇ ਡਿਊਰਿੰਗ ਚਿਲਡਰਨ ਕਿਆ ਲੋਕਾਂ ਦੀਆਂ ਕਿਆ ਵੱਡੀਆਂ ਮੱਲਾਂ ਮਾਰੀਆਂ। ਸੋ ਉਹ ਇੰਨੀ ਐਪਰੀਸ਼ੀਏਟ ਹੋਈ ਕਿ ਯੂਨੈਸਕੋ ਤੋਂ ਅਵਾਰਡ ਮਿਲਿਆ। ਸੋ ਮੇਰਾ ਮਤਲਬ ਚਾਈਲਡ ਔਰ ਚਿਲਡਰਨ ਕਹਿਣ ਦਾ ਕੋਈ ਬੇਅਦਬੀ ਨਹੀਂ ਹੁੰਦੀ। ਅਸੀਂ ਜੋ ਰਿਸਪੈਕਟ ਹੈ, ਉਹ ਜਿਹੜਾ ਦਿਨ ਮਨਾਉਣ ਦੀ ਪਰੰਪਰਾ ਹੈ, ਉਹਦੇ 'ਚ ਸਾਰਾ ਕੁਝ ਹੋਵੇ। ਮੈਂ ਇਹ ਮੇਰੀ ਬੇਨਤੀ। ਮੈਂ ਸਿਆਸਤ ਕਿ ਕੰਟਰੋਵਰਸੀ ਨਹੀਂ ਪਾਣੀ ਚਾਹੀਦੀ। ਤਰਲੋਚਨ ਸਿੰਘ ਜੀ, ਸਿਆਸਤ ਦੇ ਬਾਰੇ ਕਿਹਾ ਜਾਂਦਾ ਹੈ ਕਿ ਪੋਲਿਟਿਕਸ ਇਜ਼ ਆਲ ਅਬਾਊਟ ਦਾ ਪਰਸੈਪਸ਼ਨ। ਬੇਸ਼ੱਕ ਤੁਹਾਡੇ ਮੁਤਾਬਕ ਭਾਜਪਾ ਦੀ ਨੀਤੀ ਤੇ ਨੀਅਤ ਦੋਵੇਂ ਸਿੱਖਾਂ ਦੇ ਪ੍ਰਤੀ ਜਾਂ ਸਿੱਖ ਧਰਮ ਦੇ ਪ੍ਰਤੀ ਚੰਗੀਆਂ ਨੇ, ਪਰ ਧਾਰਨਾ ਕਿਉਂ ਨਹੀਂ ਚੰਗੀ ਬਣ ਪਾਈ? ਹਾਲੇ ਵੀ ਬਹੁ ਗਿਣਤੀ ਸਿੱਖਾਂ ਦੇ ਅੰਦਰ ਇਸ ਤਰ੍ਹਾਂ ਦੀ ਧਾਰਨਾ ਕਿਉਂ ਹੈ ਕਿ ਭਾਜਪਾ ਕਿਤੇ ਨਾ ਕਿਤੇ ਮਿਨੋਰਟੀਜ਼ ਨੂੰ ਖਤਮ ਕਰਨਾ ਚਾਹੁੰਦੀ ਹੈ ਜਾਂ ਧਰਮ ਤੇ ਹਮਲਾ ਕਰਨਾ ਚਾਹੁੰਦੀ ਹੈ? ਜੇ ਜਲਿਆਂਵਾਲੇ ਬਾਗ ਦੀ ਗੱਲ ਕਰਾਂ ਮੈਂ, ਤੁਸੀਂ ਉਹਦੇ ਵੀ ਟਰਸਟੀ ਰਹੇ ਹੋ, ਤਾਂ ਉਹਦੇ 'ਚ ਜੋ ਰੈਨੋਵੇਸ਼ਨ ਹੋਈ ਹੈ ਉਹਦੇ ਬਾਰੇ ਬਹੁਤ ਵੱਡੀ ਇੱਕ ਚਰਚਾ ਛਿੜੀ ਕਿ ਇਤਿਹਾਸ ਦੇ ਨਾਲ ਛੇੜਖਾਨੀ ਕੀਤੀ ਜਾ ਰਹੀ ਹੈ ਤੇ ਡੈਲੀਬਰੇਟਲੀ ਕੇਂਦਰ ਸਰਕਾਰ ਦੇ ਵੱਲੋਂ ਨੂੰ ਖਤਮ ਕੀਤਾ ਜਾ ਰਿਹਾ। ਲਿਟਰੇਚਰ ਦੇ ਬਾਰੇ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਤੁਸੀਂ ਦੱਸੋ ਇਹਨਾਂ ਗੱਲਾਂ ਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ? ਦੇਖੋ ਛੋਟੀ ਜੀ, ਮੈਂ ਤੁਹਾਡੀ ਚੈਨਲ ਤੇ ਮੈਂ ਪਹਿਲਾਂ ਹੀ ਕਹਿਣਾ ਚਾਹੁੰਦਾ, ਮੈਂ ਭਾਜਪਾ ਦਾ ਐਡਵੋਕੇਟ ਨਹੀਂ, ਨਾ ਭਾਜਪਾ ਦੀ ਆਪਾਂ ਗੱਲ ਕਰ ਰਹੇ ਹਾਂ। ਗੱਲ ਹੋ ਰਹੀ ਹੈ ਪ੍ਰਧਾਨ ਮੰਤਰੀ ਔਰ ਗਵਰਨਮੈਂਟ ਆਫ ਇੰਡੀਆ। ਕੋਈ ਕਿਸੇ ਪਾਰਟੀ ਦਾ ਹੋਵੇ, ਜਦੋਂ ਪ੍ਰਧਾਨ ਮੰਤਰੀ ਬਣਦਾ ਉਹ ਸਾਂਝਾ ਹੁੰਦਾ। ਪਰ ਇੱਕ ਚੀਜ਼ ਹੈਗੀ, ਜਦੋਂ ਕੋਈ ਪ੍ਰਧਾਨ ਮੰਤਰੀ ਦੇ ਨਾਲ ਵੀ ਅੱਜ ਦੇ ਦੌਰ ਦੇ ਅੰਦਰ ਸਟੈਂਡ ਲੈ ਰਿਹਾ ਨਾ, ਤਾਂ ਤੁਸੀਂ ਇਹਨੂੰ ਫੋਰਚੂਨੇਟ ਸਮਝੋ, ਅਨਫੋਰਚੂਨੇਟ ਸਮਝੋ। ਇੱਕ ਵਿਅਕਤੀ ਜਦੋਂ ਪ੍ਰਧਾਨ ਮੰਤਰੀ ਦੇ ਬਾਰੇ ਆ ਕੇ ਗੱਲ ਕਰਦਾ ਤਾਂ ਉਹਦੇ ਤੇ ਵੀ ਠੱਪੇ ਲੱਗ ਜਾਂਦੇ ਆ ਕਿ ਇਹ ਤਾਂ ਜੀ RSS ਦੇ ਬੰਦੇ ਆ, ਇਹ ਭਾਜਪਾ ਦੇ ਬੰਦੇ ਆ। ਹੋ ਸਕਦਾ ਤੁਹਾਡਾ ਵੀ ਇਸ ਇੰਟਰਵਿਊ ਤੋਂ ਬਾਅਦ ਚਰਚਾ ਛਿੜ ਜੇ ਜੀ, ਤਰਲੋਚਨ ਸਿੰਘ ਜੀ ਵੀ BJP 'ਚ ਸ਼ਾਮਲ ਹੋ ਸਕਦੇ ਆ। ਇਸ ਤਰ੍ਹਾਂ ਦੀਆਂ ਚਰਚਾਵਾਂ ਛਿੜ ਪੈਂਦੀਆਂ ਨੇ। ਬੇਸ਼ੱਕ ਤੁਸੀਂ ਪਾਰਟੀਕੂਲਰ ਪ੍ਰਾਈਮ ਮਿਨਿਸਟਰ ਦੇ ਬਾਰੇ ਆਪਣਾ ਪੱਖ ਰੱਖਣ ਜਾ ਰਹੇ ਹੋ। ਮੈਂ ਕਿਹਾ ਸੋਢੀ ਸਾਹਿਬ, ਮੈਂ ਸਾਰੀ ਉਮਰ ਇੰਡੀਪੈਂਡੈਂਟ ਰਿਹਾ, ਕਿਸੇ ਪਾਰਟੀ ਦਾ ਮੈਂਬਰ ਨਹੀਂ। ਤੁਸੀਂ ਹੈਰਾਨ ਹੋ ਗਏ ਕਿ ਹਰਿਆਣੇ 'ਚੋਂ ਮੈਂ MP ਇਲੈਕਟ ਹੋਣਾ ਤੇ ਮੈਂ ਇੰਡੀਪੈਂਡੈਂਟ ਰਿਹਾ, ਮੈਂ ਕਿਸੇ ਪਾਰਟੀ ਸ਼ਾਮਲ ਨਹੀਂ ਹੋਇਆ। ਔਰ ਮੇਰਾ ਜੋ 6 ਸਾਲ ਪਾਰਲੀਮੈਂਟ ਦਾ ਇਤਿਹਾਸ ਹੈ, ਉਸ ਤੇ ਕਿਤਾਬਾਂ ਛਾਪੀਆਂ। ਮੈਂ ਸਿੱਖ ਕਾਜ਼ ਦਾ ਸਪੋਕਸਪਰਸਨ ਹਾਂ ਔਰ ਵਰਲਡ ਵਾਈਡ ਮੇਰੀ ਜਿਹੜੀ ਉਹ ਬਣਤਰ ਹੈ। ਮੈਂ ਅੱਜ ਤੱਕ ਕਦੀ ਸਿੱਖੀ ਤੋਂ ਮੁਨਕਰ ਨਹੀਂ, ਕਦੀ ਸਿੱਖੀ ਸਿਧਾਂਤ ਦੇ ਉਲਟ ਨਹੀਂ, ਔਰ ਮੈਂ ਡਿਫੈਂਡਰ ਹਾਂ। ਗਲਤੀਆਂ ਹੋ ਸਕਦੀਆਂ, ਗਲਤੀਆਂ ਹੋਣਗੀਆਂ, ਲੇਕਿਨ ਅੱਜ ਜਿਹੜੀ ਬਹਿਸ ਹੋ ਰਹੀ ਹੈ ਉਹ ਮੈਂ ਕੋਈ ਭਾਜਪਾ ਜਾਂ RSS ਦੀ ਕੋਈ ਵਕਾਲਤ ਨਹੀਂ ਕਰ ਰਿਹਾ। ਮੈਂ ਕਰ ਰਿਹਾ ਸਰਕਾਰ ਦੀ ਮਨਸ਼ਾ। ਜੇ ਸਰਕਾਰ ਕਰਤਾਰਪੁਰ ਲਾਂਘਾ ਬਣਾ ਗਈ ਤਾਂ ਕਿਉਂ ਨਾ ਸਰਕਾਰ ਦਾ ਧੰਨਵਾਦ ਹੋਵੇ। ਔਰ ਉਸ ਵਕਤ ਬਣਾ ਗਈ ਜਦੋਂ ਇੰਡੀਆ ਪਾਕਿਸਤਾਨ ਦੀ ਡਿਪਲੋਮੈਟਿਕ ਰਿਲੇਸ਼ਨ ਵੀ ਨਹੀਂ ਚੱਲ ਰਹੇ। ਸੋ ਕਈ ਗੱਲਾਂ ਸਾਡੇ ਹੱਕ 'ਚ ਜਿਹੜੀਆਂ ਹੁੰਦੀਆਂ, ਦੇਖੋ ਬੜੀਆਂ ਸਾਡੀਆਂ ਡਿਮਾਂਡ, ਮੈਂ ਉਹਨਾਂ ਦਾ ਡਿਮਾਂਡ ਨੂੰ ਪੁੱਟ ਕਰਨ ਵਾਲਾ ਮੈਂ ਹੀ ਹਾਂ। ਸਾਰੀ ਪਾਰਲੀਮੈਂਟ ਦਾ ਇਤਿਹਾਸ ਕੱਢ ਲਓ ਕਿ ਮੇਰਾ ਕੀ ਰੋਲ ਹੈ। ਅਜੇ ਡੇਰਾ ਸੱਚਾ ਸੌਦਾ ਦੀ ਮੇਰੀਆਂ ਸਪੀਚਾਂ ਪਾਰਲੀਮੈਂਟ ਸੁਣ ਲਓ, ਜਦੋਂ ਲੋਕ ਇਹਦੀ ਪੂਜਾ ਕਰਦੇ ਸਨ ਉਦੋਂ ਮੈਂ ਪਾਰਲੀਮੈਂਟ 'ਚ ਕੀ ਬੋਲਿਆ। ਸੋ ਮੈਂ ਉਸ ਗੱਲ ਦਾ ਕੋਈ ਵਡਿਆਈ ਆਪਣੀ ਨਹੀਂ ਕਰਦਾ, ਲੇਕਿਨ ਮੇਰੀ ਇੱਕੋ ਗੱਲ ਹੈ ਕਿ ਸਾਡੀ ਇੱਕ ਆਦਤ ਬਣ ਗਈ ਕਿ ਅਸੀਂ ਐਂਟੀ ਗਵਰਨਮੈਂਟ ਫੀਲਿੰਗ ਲਿਆਈਏ, ਪਰਸੈਪਸ਼ਨ ਬਣਾ ਕੇ ਰੱਖੀਏ। ਇਹ ਬੜੀ ਸਾਡੇ ਮਨ 'ਚ ਐਸੀ ਬਹਿ ਚੁੱਕੀ ਹੈ ਕਿ ਅਸੀਂ ਹਰ ਗੱਲ ਪਹਿਲਾਂ ਹੀ ਇਹ ਸਰਕਾਰ ਗਲਤ ਹੈ ਜੀ। ਕੋਈ ਦੇਖੋ, ਇਸ ਵੇਲੇ ਮਿਨੋਰਟੀ ਕਮਿਊਨਿਟੀਆਂ ਇੰਡੀਆ 'ਚ ਬਹੁਤ ਹਨ,
ਅਸੀਂ ਤਾਂ 2% ਹਾਂ, ਸਾਡੇ ਤੋਂ ਅੱਗੇ 2.5% ਕ੍ਰਿਸਚੀਅਨ ਹੈ, ਸਾਡੇ ਤੋਂ ਅੱਗੇ ਬੋਧੀ ਵੀ ਹੈ, ਸਾਡੇ ਤੋਂ ਅੱਗੇ ਜੈਨੀ ਵੀ ਆ ਗਏ ਨਵੇਂ, ਮੁਸਲਮਾਨ ਹੈ। ਹਰ ਮਿਨਾਰਟੀ ਨੂੰ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੈ, ਲੇਕਿਨ ਆਊਟਰਾਈਟ ਜਾ ਕੇ ਕਹਿ ਕੇ ਕੋਈ ਸਾਡਾ ਅਫਸਰ ਇਸ ਮੁਲਕ ਦੇ ਕਨਸਟੀਟਿਊਸ਼ਨਲ ਲਾਜ਼, ਮੈਂ ਤਾਂ ਹੈਰਾਨ ਹਾਂ। ਅੱਜ ਹਰਿਦੁਆਰ ਜਦੋਂ ਇਹ ਗੱਲ ਹੋਈ ਐਂਟੀ ਮੁਸਲਿਮ ਕੋ ਹੋਈ, ਕਿਸ ਤਰ੍ਹਾਂ ਸਾਰਾ ਇੰਡੀਆ ਖੜਾ ਹੋ ਗਿਆ, ਜੁਡੀਸ਼ਰੀ ਖੜੀ ਹੋ ਗਈ। ਦੇਖੋ ਇੰਡੀਆ ਦੇ ਲੋਕ ਨਹੀਂ ਚਾਹੁੰਦੇ ਕਮਿਊਨਲ ਡਿਵੀਜ਼ਨ, ਲੋਕ ਚਾਹੁੰਦੇ ਹਿੰਦੂ ਸਿੱਖ ਕਾਮਨ ਹਰ ਜਗ੍ਹਾ ਰਵੇ। ਮੈਂ ਇਸ ਗੱਲ ਦਾ ਬੜਾ ਮੁਦਈ ਹਾਂ ਕਿ ਦੇਸ਼ ਦੀ ਏਕਤਾ ਵਿੱਚ ਸਾਡਾ ਬਹੁਤ ਵੱਡਾ ਰੋਲ ਹੈ, ਉਹ ਰਹਿਣਾ ਚਾਹੀਦਾ। ਔਰ ਬਿਨਾਂ ਐਵੇਂ ਮਤਲਬ ਤੋਂ, ਬਿਨਾਂ ਡਰ ਤੋਂ ਕੋਈ, ਦੇਖੋ ਇਹ ਦੇਸ਼ 'ਚ 2% ਆ, 2 ਤੋਂ ਵੀ ਘੱਟ ਆ, ਪਰ ਸਾਨੂੰ ਮਾਣ ਹੈ ਕਿ ਇੱਕ ਵਾਰੀ ਰਾਸ਼ਟਰਪਤੀ ਵੀ ਸਾਡਾ ਬਣਿਆ, 2 ਟਰਮਾਂ ਸਾਡਾ ਸਰਦਾਰ ਪ੍ਰਾਈਮ ਮਿਨਿਸਟਰ ਬਣਿਆ, 3 ਵਾਰੀ ਸਾਡੇ ਜਰਨੈਲ ਆਰਮੀ ਦੇ ਬਣੇ, ਸਾਡੇ 에ਅਰ ਫੋਰਸ ਦੇ 2 에ਅਰ ਚੀਫ ਬਣੇ, ਨੇਵਲ ਚੀਫ ਬਣਿਆ, ਚੀਫ ਜਸਟਿਸ ਇੰਡੀਆ ਬਣਿਆ। ਤਾਂ ਸਰਕਾਰ ਨੇ ਜਾਂ ਲੋਕਾਂ ਨੇ ਸਾਨੂੰ ਮਾਣ ਦਿੱਤਾ ਨਾ, ਇਹ ਨਹੀਂ ਕਿਹਾ ਵੀ ਸਾਡੀ ਵੋਟਾਂ ਘਟਣ। ਕਰਕੇ ਸਾਨੂੰ ਜਦੋਂ ਵੀ ਕੋਈ ਗੱਲ ਕਰੀਏ ਇਹ ਗੱਲਾਂ ਸਾਹਮਣੇ ਰੱਖਣੀ ਚਾਹੀਦੀਆਂ। ਬਟ ਹਾਂ, ਸਾਡੀਆਂ ਡਿਮਾਂਡ ਹਨ, ਸਾਨੂੰ ਲੋੜਾਂ ਹਨ, ਉਹ ਜਿਹੜੀਆਂ ਉਹ ਵੱਖਰਾ। ਕਈ ਲੋੜਾਂ ਸਾਡੀਆਂ ਪੰਜਾਬ ਨਾਲ ਜੁੜੀਆਂ, ਧਰਮ ਨਾਲ ਨਹੀਂ ਜੁੜੀਆਂ। ਕਈ ਲੋੜਾਂ ਸਾਡੀਆਂ ਇਕਨੋਮਿਕਸ ਨਾਲ ਜੁੜੀਆਂ, ਉਹ ਧਰਮ ਨਾਲ ਨਹੀਂ ਜੁੜੀਆਂ, ਪਰ ਉਹ ਅਸੀਂ ਮਿਕਸ ਕਰ ਲੈਂਦੇ ਹਾਂ। ਲੇਕਿਨ ਮੈਂ ਇਸ ਵਕਤ ਜੋ ਬੋਲ ਰਿਹਾ, ਕੋਈ ਮੈਂ ਕਿਸੇ ਪਾਰਟੀ ਜਾਂ ਡਿਫੈਂਡ ਕਰਕੇ ਨਹੀਂ ਬੋਲ ਰਿਹਾ। ਮੈਂ ਕਹਿੰਦਾ ਰਿਐਲਿਟੀ ਫੇਸ ਕਰੋ। ਜੇ ਜਿਸ ਤਰ੍ਹਾਂ ਸਾਡੀ ਕੋਈ ਡਿਮਾਂਡ ਰਹਿੰਦੀ ਹੈ, ਉਹ ਡਾਇਲਾਗ ਕਰੋ, ਡਾਇਲਾਗ ਨਾਲ ਮਿਲੋ। ਅਸੀਂ ਕਦੀ ਮਿਲਣ ਦੀ ਕੋਸ਼ਿਸ਼ ਨਹੀਂ ਕਰਦੇ। ਦੇਖੋ ਪ੍ਰਧਾਨ ਮੰਤਰੀ ਨੂੰ ਮੁਲਾਕਾਤ ਕਿਉਂ ਨਹੀਂ ਲਈ ਜਾ ਸਕਦੀ? ਸਾਡੇ 20 ਮੈਂਬਰ ਪਾਰਲੀਮੈਂਟ ਹੈ ਪੰਜਾਬ ਦੇ, ਇਕੱਠੇ ਹੋ ਜਾਣ ਕਿਉਂ ਨਹੀਂ ਗੱਲ ਹੋਏਗੀ? ਜੁਆਇੰਟ ਕਦੀ ਅੱਜ ਤੱਕ ਮੂਵ ਹੀ ਨਹੀਂ ਕੀਤੀ, ਕਦੇ ਇਕੱਠੇ ਹੀ ਬੰਦੇ ਸਾਡੇ ਪੰਜਾਬ ਦੇ ਐਮਪੀ ਕੇ ਇਹ ਮਸਲਾ ਪੰਜਾਬ ਹੈ। ਸੋ ਮੈਂ ਤੁਹਾਡੇ ਰਾਹੀਂ, ਤੁਹਾਡੇ ਕਿਉਂਕਿ ਬਹੁਤ ਪਾਵਰਫੁਲ ਮੀਡੀਆ ਤੁਹਾਡਾ, ਜੋ ਮੈਂ ਗੱਲਾਂ ਕਹਿ ਰਿਹਾ ਇਸ ਲਈ ਕਹਿ ਰਿਹਾ ਕਿ ਸਾਡੀ ਜਿਹੜੀ ਲੋੜਾਂ ਉਹ ਠੀਕ ਕਰੀਆਂ ਜਾਂ ਬਟ ਥਰੂ ਕਨਸਟੀਟਿਊਸ਼ਨਲ ਮੈਥਡ। ਜੀ, ਮੇਰਾ ਇੱਕ ਆਖਰੀ ਤੇ ਇੰਪੋਰਟੈਂਟ ਸਵਾਲ ਹੈ ਕਿ ਬੇਸ਼ੱਕ ਤੁਸੀਂ ਕਿਸੇ ਸਰਕਾਰ ਨੂੰ ਸਰਟੀਫਿਕੇਟ ਦੇਣ ਵਾਸਤੇ ਨਹੀਂ ਬੈਠੇ, ਤੁਸੀਂ ਪਾਰਟੀਕੂਲਰ ਇੱਕ ਮਸਲੇ ਤੇ ਗੱਲ ਕਰਨੀ ਚਾਹੁੰਦੇ ਹੋ, ਪਰ ਤਰਲੋਚਨ ਸਿੰਘ ਜੀ ਇਹ ਸਵਾਲ ਇਸ ਕਰਕੇ ਵੀ ਇੰਪੋਰਟੈਂਟ ਹੈ ਕਿਉਂਕਿ ਤੁਸੀਂ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਰਹੇ ਹੋ। ਤਾਂ ਮੈਂ ਉਹ ਸਵਾਲ ਤਾਂ ਕੀਤਾ ਸੀ ਵੀ ਜਿਹੜੀ ਪਰਸੈਪਸ਼ਨ ਬਣੀ ਹੋਈ ਆ, ਤੁਹਾਡੇ ਕੋਲ ਕਦੀ ਇਸ ਤਰ੍ਹਾਂ ਦਾ ਕੋਈ ਮਸਲਾ ਆਇਆ ਸੀਗਾ? ਜਿਵੇਂ ਅੱਜ ਧਰਮ ਪਰਿਵਰਤਨ ਦੇ ਮਾਮਲੇ ਬਹੁਤ ਸਾਹਮਣੇ ਆ ਰਹੇ ਆ ਜੀ, ਕ੍ਰਿਸਚੈਨਿਟੀ 'ਚ ਜਾ ਰਹੇ ਆ ਜੀ, ਸਿੱਖਾਂ ਨੂੰ ਖਾਸ ਤੌਰ ਤੇ ਸੈਲੀਬ੍ਰੇਟਲੀ ਸ਼ਾਮਲ ਕਰਵਾਇਆ ਜਾ ਰਿਹਾ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ, ਜਾਂ ਭਾਜਪਾ ਤੋਂ ਕੋਈ ਘੱਟ ਗਿਣਤੀਆਂ ਨੂੰ ਖਤਰਾ ਹੈ? ਤੁਸੀਂ ਕਦੀ ਮਹਿਸੂਸ ਕੀਤੇ ਇਸ ਤਰ੍ਹਾਂ ਦੇ ਕੇਸ? ਦੇਖੋ ਸੋਢੀ ਜੀ, ਇਸ ਮੁਲਕ ਚੋਂ ਨਾ ਮਿਨੋਰਟੀ ਨੂੰ ਕੱਢ ਸਕਦਾ, ਨਾ ਮਿਨੋਰਟੀ ਇਸ ਦੇਸ਼ ਚੋਂ ਬਾਹਰ ਜਾ ਸਕਦੀ ਹੈ। ਇਹ ਤੇ ਪਹਿਲਾਂ ਭੁੱਲ ਜਾਓ ਕਿ ਇਸ ਕੰਟਰੀ ਚੋਂ ਕੋਈ ਬਾਹਰ ਜਾਏਗਾ ਜਾਂ ਬਾਹਰ ਕੱਢੇਗਾ। ਇਹ ਰੋਜ਼ ਦੀਆਂ ਗੱਲਾਂ ਛੱਡੋ। ਜਿੱਦ ਤੱਕ ਸਵਾਲ ਹੈ ਇਹ ਕਨਵਰਸ਼ਨ ਦਾ, ਜਦੋਂ ਮੈਂ ਚੇਅਰਮੈਨ ਮਿਨੋਰਟੀ ਕਮਿਸ਼ਨ ਸੀ ਉਦੋਂ ਸ਼ਿਕਾਇਤ ਆਈ ਸੀ, ਤਾਂ ਮੈਂ ਆਪਣੇ ਦਫ਼ਤਰ ਪ੍ਰੈਜ਼ੀਡੈਂਟ SGPC, ਜਨਰਲ ਸੈਕਟਰੀ SGPC ਤੇ ਕ੍ਰਿਸਚੀਅਨਿਟੀ ਦੇ ਜਿਹੜੇ ਆਰਚ ਬਿਸ਼ਪ ਦੋਨਾਂ ਦੇ, ਪ੍ਰੋਟੈਸਟੈਂਟ ਵੀ ਔਰ ਕੈਥੋਲਿਕ, ਉਹ ਮੇਰੇ ਦਫ਼ਤਰ ਆਏ, ਮੀਟਿੰਗ ਕਰਾਈ, ਤਾਂ ਕਿ ਜੁਆਇੰਟ ਮੀਟਿੰਗ ਹੋਈ, ਉਹਦੇ 'ਚ ਵਿਚਾਰਾਂ ਹੋਈਆਂ। ਉਸ ਤੋਂ ਬਾਅਦ ਜਿਹੜੇ ਆਰਚ ਬਿਸ਼ਪ ਦੋਨੋਂ ਅੰਮ੍ਰਿਤਸਰ ਆਏ, ਸ਼੍ਰੋਮਣੀ ਕਮੇਟੀ ਦੇ ਦਫ਼ਤਰ ਗਏ, ਤਾਂ ਮੈਂ ਤੇ ਇਹਨਾਂ ਨੂੰ ਉਸ ਤੋਂ ਵੀ ਇਕੱਠਾ ਕਰਤਾ ਸੀ। ਮੈਂ ਤੇ ਜਦੋਂ ਕ੍ਰਿਸਚੀਅਨ ਦਾ ਕੋਈ ਝਗੜਾ ਕਿਧਰੇ ਹੋਇਆ, ਮੈਂ ਆਪ ਪਹੁੰਚਿਆ ਔਰ ਕੱਲ ਮਸਲੇ ਹੱਲ ਕਰਾਏ। ਬੜੇ ਵੱਡੇ ਮਸਲੇ ਜਿਹੜੇ ਕਿ ਪਾਰਲੀਮੈਂਟ 'ਚ 2 ਦਿਨ ਰੌਲਾ ਪਿਆ, ਉਹ ਵੀ ਮੈਂ ਹੱਲ ਕਰਾਏ। ਸੋ ਇਹ ਗੱਲਾਂ ਹਰ ਕੁਝ ਡਾਇਲਾਗ ਨਾਲ ਹੁੰਦੀਆਂ। ਕਈ ਗੱਲਾਂ ਮੈਂ ਕਿਹਾ ਵਰਡ ਪਰਸੈਪਸ਼ਨ, ਜਦ ਦਿਲ 'ਚ ਧਾਰਨਾ ਹੋਵੇ ਕਿ ਤੂੰ ਦੁਸ਼ਮਣ ਹੈ, ਫਿਰ ਗੱਲ ਨਹੀਂ ਹੋ ਸਕਦੀ, ਫਿਰ ਸੁਲ੍ਹਾ ਨਹੀਂ ਹੁੰਦੀ। ਲੇਕਿਨ ਇਹ ਗੱਲ ਕੇ ਚੱਲੀਏ ਕਿ ਇਸ ਮੁਲਕ 'ਚ ਕਨਸਟੀਟਿਊਸ਼ਨ ਹੈ, ਜੁਡੀਸ਼ਰੀ ਹੈ, ਤਾਂ ਅਸੀਂ ਸਾਡੀਆਂ ਗੱਲਾਂ ਸੁਣਨ ਵਾਲੇ ਹਨ, ਲੇਕਿਨ ਅਸੀਂ ਪਹਿਲਾਂ ਆਪਣੀ ਗੱਲ ਨੂੰ ਅੱਗੇ ਰੱਖੀਏ। ਦੇਖੋ ਛੋਟੀ ਜੀ, ਸਿੱਖ 70 ਸਾਲ ਤੋਂ ਕਹਿੰਦੇ ਨੇ ਜੀ ਸਾਨੂੰ ਜੀ ਹਿੰਦੂ ਕਹਿੰਦੇ। ਮੈਂ ਆਨੰਦ ਮਹਾਰਾਜ ਐਕਟ ਪਾਸ ਕਰਵਾਇਆ, ਪਾਰਲੀਮੈਂਟ ਦੇ ਦੋਨੋਂ ਹਸਨ, ਜਿਹਦੇ 'ਚ BJP ਵਾਲਿਆਂ ਨੇ ਵੀ ਮੋਹਰ ਲਾਈ, ਸੁਸ਼ਮਾ ਨੇ ਵੀ ਹਾਂ ਕੀਤੀ, ਅਨੁਜ ਜੈਸੇ ਨੇ। ਹੁਣ ਵੱਖਰਾ ਸਾਡਾ ਬਿੱਲ ਪਾਸ ਹੋ ਗਿਆ, ਇਸੇ ਮੁਲਕ 'ਚ ਹੋਇਆ। ਫਿਰ ਬਾਕੀ ਸਾਨੂੰ ਕਹਿੰਦੇ ਨੇ ਜੀ ਉਹ ਸਾਨੂੰ ਬਈ ਦੇਖੋ, ਜੇ ਮੈਂ ਚੇਅਰਮੈਨ ਮਿਨੋਰਟੀ ਕਮਿਸ਼ਨ ਆ ਤਾਂ ਮੈਂ ਮਿਨੋਰਟੀ ਹਾਂ ਨਾ ਜੀ, ਸਿੱਖ ਮਿਨੋਰਟੀ ਹੈ ਤਾਂ ਕਮਿਸ਼ਨ ਦਾ ਚੇਅਰਮੈਨ ਸਿੱਖ ਬਣਦਾ ਨਾ। ਸੋ ਅਸੀਂ ਕਈ ਗੱਲਾਂ ਰਿਐਲਿਟੀ ਫੇਸ ਨਹੀਂ ਕਦੇ ਕਈ ਮਾਰੇ ਜਾ ਰਹੀ, ਜੋ ਇੱਦਾਂ ਕਹਿਣ ਦਾ ਕੋਈ ਫਾਇਦਾ ਨਹੀਂ। ਬੜੇ ਲੋਕ ਹਨ ਜਿਹੜੇ ਸਾਡੇ 'ਚ ਹਮੇਸ਼ਾ ਫੁੱਟ ਪਾਉਣਾ ਚਾਹੁੰਦੇ। ਪੰਜਾਬ ਵਿੱਚ ਹਿੰਦੂ ਸਿੱਖ ਯੂਨਿਟੀ ਹੀ, ਮੈਂ ਇੱਕ ਮਿਸਾਲ ਕਰਦੇ ਹਾਂ ਤੁਹਾਨੂੰ, ਉਹ ਤੁਸੀਂ ਨਾਂ ਦੀ ਜਿਹੜੀ ਮੈਂ ਉਹਦੇ 'ਚ ਮਾਫ ਕਰੋ ਐਡ ਕਰਦਾ। ਜਦੋਂ ਗਿਆਨੀ ਦਇਆਲ ਸਿੰਘ ਚੀਫ ਮਿਨਿਸਟਰ ਸੀ ਨਾ, ਉਹਨਾਂ ਨੇ ਮੀਟਿੰਗ ਬੁਲਾਈ ਕਿ ਮੈਂ ਮੁਹਾਲੀ ਦਾ ਨਾਮ ਬਦਲਣਾ ਹੈ, ਇਹਦਾ ਨਾਮ ਮੈਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ਤੇ ਕਰਨਾ ਚਾਹੁੰਦਾ ਕਿਉਂਕਿ ਚਮਕੌਰ ਸਾਹਿਬ ਨੇੜੇ ਹੈ। ਉਹ ਮੀਟਿੰਗ ਹੋਈ 1973 ਵਿੱਚ। ਲਾਲਾ ਜਗਤ ਜੀ ਸੀ ਉਦੋਂ ਐਡੀਟਰ, ਇਹਨਾਂ ਨੂੰ ਬੁਲਾਇਆ ਗਿਆ, ਮੈਂ ਵੀ ਉਸ ਮੀਟਿੰਗ ਸ਼ਾਮਲ ਸਾਂ। ਗਿਆਨੀ ਜੀ ਨੇ ਇਹ ਗੱਲ ਰੱਖੀ ਕਿ ਮੈਂ ਨਾਂ ਬਦਲਣਾ, ਤੇ ਕਿ ਨਾਂ ਮੈਂ ਪੁੱਛ ਲਿਆ, ਕਿਹਨੂੰ ਨੂੰ ਪੁੱਛਿਆ? ਕਹਿੰਦੇ ਜੀ ਮੈਂ ਤੇ ਅਕਾਲ ਤਖਤ ਜਥੇਦਾਰ ਸਾਹਿਬ ਨੂੰ ਪੁੱਛ ਲਿਆ, ਸ਼੍ਰੋਮਣੀ ਕਮੇਟੀ ਨੂੰ ਪੁੱਛ ਲਿਆ, ਇਹਦਾ ਨਾਂ ਰੱਖਾ ਜਾਗਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ। ਮਾਫ ਕਰਿਓ, ਹੁਣ ਲਾਲਾ ਜੀ ਕਹਿੰਦੇ ਵੀ ਮੈਂ ਵੀ ਤੁਹਾਡੇ ਹੱਕ 'ਚ ਤਾਂ ਬਹੁਤ, ਪਰ ਮੈਂ ਇੱਕ ਗੱਲ ਕਹਿ ਦਿਆਂ, ਐਡਾ ਵੱਡਾ ਨਾਮ ਪ੍ਰਚਲਿਤ ਨਹੀਂ ਹੋਏਗਾ। ਦੇਖੋ ਕਿੰਨੀ ਵੱਡੀ ਗੱਲ ਲਾਲਾ ਜੀ ਕਹਿ ਕੇ ਉਸ ਦਿਨ। ਅੱਜ ਦੇਖ ਲਓ ਮੁਹਾਲੀ ਰਹਿ ਗਿਆ, ਉਦੋਂ ਉਹਨਾਂ ਨੇ ਕਿਹਾ ਸੀ ਛੋਟਾ ਕਰ ਲਓ, ਅਜੀਤਗੜ੍ਹ ਕਰ ਲਓ।
ਜੇ ਅਜੀਤਗੜ੍ਹ ਹੁੰਦਾ ਤਾਂ ਮੁਹਾਲੀ ਖਤਮ ਸੀ, ਅਜੀਤਗੜ੍ਹ ਰਹਿਣਾ। ਹੁਣ ਉਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਹੜਾ ਛੋਟੀ ਜੀ, ਬਾਵਜੂਦ ਸਾਰੇ ਜ਼ੋਰ ਲਾਉਣ ਦੇ ਸਾਰੀਆਂ ਸਰਕਾਰਾਂ ਉਹ ਨਾਂ ਪ੍ਰਚਲਿਤ ਨਹੀਂ ਹੋਇਆ। ਦੇਖੋ ਕਈ ਵਾਰੀ ਜਿਹੜੀ ਹੈ ਨਾ, ਇਹ ਨਾਂ ਦੀ ਗੱਲ ਨੂੰ ਅਸੀਂ ਰਿਐਲਿਟੀ ਨਹੀਂ ਕਰਦੇ। ਮੈਂ ਲਾਲਾ ਜੀ ਦੀ ਗੱਲ ਅੱਜ ਤੱਕ ਯਾਦ ਹੈ ਕਿ ਲਾਲਾ ਜੀ ਦੀ ਮੀਟਿੰਗ ਕਿਹਾ, ਗਿਆਨੀ ਜੀ ਮੈਂ ਤੁਹਾਡੇ ਨਾਲ ਹਾਂ, ਬਹੁਤ ਅੱਛਾ, ਇਹੋ ਜਿਹੇ ਟਾਊਨ 3 ਹੋਰ ਬਣਾਓ, ਚਾਰੇ ਸਾਹਿਬਜ਼ਾਦਿਆਂ ਦੇ ਨਾਂ ਦੇ ਬਣਾਓ। ਇਹ ਵੀ ਕਿਹਾ ਲਾਲਾ ਜੀ ਨੇ ਵੀ ਚਾਰਿਆਂ ਦਾ ਕਰ ਦਿਓ, ਛੋਟੇ ਛੋਟੇ ਟਾਊਨ ਉਹਨਾਂ ਦੇ ਨਾਂ ਦੇ ਕਰੋ, ਫਤਿਹ ਨਗਰ ਕਰੋ, ਜਿੱਦਾਂ ਹੁਣ ਕਿਹਾ, ਤਾਂ ਕਿ ਜਿਹੜੇ ਨਾਂ ਪੱਕੇ ਲੋਕ ਯਾਦ ਕਰ ਸਕਣ। ਸੋ ਇਹ ਗੱਲਾਂ ਮੈਂ ਇਸ ਕਰਕੇ ਤੁਹਾਨੂੰ ਐਡ ਕਰਦਾ ਵੀ ਇਹ ਮੈਂ ਭੁੱਲ ਗਿਆ ਵੀ ਕਿੰਨੀ ਵੱਡੀ ਲਾਲਾ ਜੀ ਤੁਹਾਡੇ ਬਾਨੀ ਇਸ ਤੇ ਦੋਨੋਂ ਅਖਬਾਰਾਂ ਦੇ, ਉਹਨਾਂ ਦੀ ਮੈਂ ਗੱਲ ਕਰਨਾ ਚਾਹੁੰਦਾ ਵੀ ਕੀ ਰਾਏ ਉਹਨਾਂ ਨੂੰ ਉਸ ਤੋਂ ਦਿੱਤੀ। ਸੋ ਮੈਂ ਤਾਂ ਇਸ ਗੱਲ ਦਾ ਧਾਰਨੀ ਆ ਕਿ ਪੰਜਾਬ ਵਿੱਚ ਜਿਹੜੀ ਅਸਲ ਲੋੜ ਅੱਜ ਇੱਕੋ ਹੀ ਹੈ। ਇਲੈਕਸ਼ਨਾਂ ਕਿੰਨੀਆਂ ਕਰ ਲਓ, ਹਿੰਦੂ ਸਿੱਖ ਯੂਨਿਟੀ, ਇਹ ਕੋਈ ਤਫਰਕਾ ਨਾ ਪਵੇ ਕਿਸੇ ਛੋਟੀ ਜਿਹੀ ਗੱਲ ਤੇ। ਜਦ ਤੱਕ ਇਹ ਇਕੱਠੇ ਸੀ ਨਹੀਂ ਹੁੰਦੇ, ਪੰਜਾਬੀਅਤ ਸਾਡੀ ਜਿਹੜੀ ਹੈ ਉਹ ਇਹ ਹੈ, ਅਸੀਂ ਇਕੱਠੇ ਆ। ਮੈਂ ਤਾਂ ਤੁਹਾਨੂੰ, ਤੁਸੀਂ, ਮੈਂ ਗੁਰਦੁਆਰਿਆਂ ਜਾਣਾ, ਤੁਸੀਂ ਵੀ ਜਾਂਦੇ ਹੋ। ਇਸ ਵੇਲੇ ਮੈਜੋਰਟੀ ਦਿੱਲੀ ਬੰਗਲਾ ਸਾਹਿਬ ਦੇਖੋ, ਮੈਜੋਰਟੀ ਉਹਨਾਂ ਦੀ ਹੈ ਜਿਹੜੀ ਦੂਜੀ ਕੌਮ ਦੇ। ਲੱਖਾਂ ਕਰੋੜ ਰੁਪਏ। ਪਰਸੋਂ ਮੈਂ ਇੱਥੇ ਚੰਡੀਗੜ੍ਹ ਗਿਆ, ਮੋਟਰਸਾਈਕਲ ਰੈਲੀ ਕੱਢੀ ਤੇ ਇੱਕ ਮਹਿਤਾ ਜੀ ਉੱਥੇ ਬੈਠੇ ਸੀ, 11 ਲੱਖ ਰੁਪਇਆ ਉੱਥੇ ਦੇ ਦਿੱਤਾ। ਮੈਂ ਕਹਿੰਦਾ ਧੰਨ ਦੁਨੀਆ ਜਿਹੜੀ ਸਿੱਖ ਕੌਮ ਦੀ ਕਦਰ ਕਰਦੀ ਹੈ, ਗੁਰੂਆਂ ਦੀ ਕਦਰ ਕਰਦੇ ਨੇ, ਕੋਈ ਅੰਤ। ਅਸੀਂ ਸਾਰੇ ਇਕੱਠੇ ਹੋਈਏ, ਇਕੱਠੇ ਹੋ ਕੇ ਰਹੀਏ, ਪਰਸੈਪਸ਼ਨ ਬਦਲੀਏ ਕਿ ਜੀ ਸਾਡੇ ਤੋਂ ਸਾਨੂੰ ਖਾ ਜਾਣਗੇ। ਕੋਈ ਕਿਸੇ ਨੂੰ ਨਹੀਂ ਖਾ ਨਹੀਂ ਸਕਦਾ। ਹੁਣ 70 ਸਾਲ ਦੇ ਕਿਤੇ ਸਾਨੂੰ ਖਾਇਆ ਨਹੀਂ, ਝਗੜੇ ਹੋਏ, ਸਾਡੇ ਲੜਾਈਆਂ ਹੋਈਆਂ, ਲੇਕਿਨ ਕੋਈ ਖਾਣ ਵਾਲੀ ਗੱਲ ਨਹੀਂ। ਹਰ ਬੰਦਾ ਆਪਣੇ ਧਰਮ 'ਚ ਪੱਕਾ ਹੈ, ਉਹ ਧਰਮ 'ਚ ਪੱਕਾ ਰਹਿਣਾ ਚਾਹੀਦਾ। ਜੀ ਬਹੁਤ ਬਹੁਤ ਮਿਹਰਬਾਨੀ ਤਰਲੋਚਨ ਸਿੰਘ ਜੀ, ਜਗਬਾਣੀ ਨਾਲ ਗੱਲਬਾਤ ਕਰਨ